मैं ये पूछना चाहना कारपोरेशन कमिश्नर नूं कि ਉਹ ਭਾਈ ਸਾਹਿਬ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਹੋ ਕਿ ਜਾਂ ਕਿਤੇ ਹੋਰ ਰਹਿੰਦੇ ਹੋ, ਜੇ ਤੁਹਾਨੂੰ ਇਸ ਮਾਮਲੇ ਦਾ ਪਤਾ ਹੀ ਨਹੀਂ ਹੈਗਾ, ਜੇ ਕਾਰਪੋਰੇਸ਼ਨ ਇਹਨੂੰ ਮੇਨਟੇਨ ਹੀ ਨਹੀਂ ਕਰ ਸਕਦੀ ਸੀ, ਬਾਗਬਾਨੀ ਵਿਭਾਗ ਕਾਰਪੋਰੇਸ਼ਨ ਦਾ ਇਹਨੂੰ ਬਚਾ ਹੀ ਨਹੀਂ ਸੀ ਸਕਦਾ ਤੇ ਲਾਏ ਕਿਉਂ ਸੀ? ਸਿੱਧਾ ਸਮਝ ਆਉਂਦਾ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਕੰਪਨੀ ਨਾਲ ਸਾਠ-ਗਾਠ, ਕੋਈ ਮਾੜੀ ਕਾਰਕਰਦਗੀ ਇਹਨਾਂ ਦੀ ਸਾਹਮਣੇ ਆ ਰਹੀ ਹੈ। कैमरामैन कहूँगा कि नाल दिखाओ जाके कि चौड़ाई कितनी है, जिथे बूटे लगाए गए ने वो चौड़ाई देखो, उन्नी ते जड़ हुंदी है, कितना किते शर्मिंदा कर दिया तस्वीरां ने। रोडस्केपिंग तुसी सही नहीं कर सकते, लैंडस्केपिंग सही नहीं कर सकते, स्ट्रीटस्केपिंग सही नहीं कर सकते। अमृतसर ट्रैफिक क्योस नाल भर गया, कब्जे हर जगह के उत्ते हो रहे हैं, इनक्रोचमेंट्स हो रही हैं, तो ये रुख इन्हां नूं अपने रूट ते लाउण लई लभे सी। 15-20 ਲੱਖ रुपया मैं कहना जे पब्लिक का 1 रुपया भी चोरी होया होवे जां उहदे विच कोई धांधली होई होवे, असीं उहनूं कदी भी बख्शांगे नहीं। इन्हां नूं सब कुछ दिखदा हुंदा है, पर अपणीਆਂ कमियां खामियां नूं ढक्कण दे लई ਇਹ ਗੱਲ ਕਹਿ ਦਿੰਦੇ ਆ ਜਾਂਚ ਕਰਾਂਗੇ, ਜਾਂਚ ਕਰਾਵਾਂਗੇ। ਸਾਡੇ ਜਾਂਚ ਜਿਹੜੀ ਉਹ ਹੁੰਦੀ ਨਹੀਂ, ਉਹ ਕਾਗਜ਼ਾਂ ਵਿੱਚ ਹੀ ਰਹਿ ਜਾਂਦੀ, ਉਹ ਜਾਂਚਾਂ ਹੀ ਚੱਲਦੀਆਂ ਰਹਿੰਦੀਆਂ ਨੇ, ਨਜ਼ਰ ਨਹੀਂ ਆਉਂਦੀਆਂ ਕਿ ਜਾਂਚਾਂ ਖਤਮ ਕਦੋਂ ਹੋਣ। ਤੁਸੀਂ ਆਪ ਹੀ ਦੇਖ ਲਿਆ ਕਿ ਇਹਨਾਂ ਸਾਰੀਆਂ ਗੱਲਾਂ ਦਾ ਆਮ ਪਬਲਿਕ ਨੂੰ ਕੀ ਫਾਇਦਾ ਹੋਇਆ। ਕਿਤੇ ਕੋਈ ਜ਼ਰੂਰੀ ਸੜਕ ਆ ਉਹ ਨਹੀਂ ਬਣਾਉਂਦੇ, ਕਿਤੇ ਕੋਈ ਟੋਆ ਪੂਰਨਾ ਉਹ ਨਹੀਂ ਕਰਦੇ। ਗਰੀਬ ਬੰਦਾ ਜਿੱਥੇ ਰੇੜੀ ਲਾ ਕੇ ਆਪਣਾ ਰੁਜ਼ਗਾਰ ਕਰਦਾ ਉਹਨੂੰ ਡੰਡੇ ਮਾਰਦੇ ਆ, ਪੁੱਠਾ ਟੰਗਦੇ ਆ, ਪਰ ਇਹ ਲੋਕਾਂ ਨੂੰ ਜਰਾ ਹੀ ਸ਼ਰਮ ਨਹੀਂ ਆਈ। ਇਸ ਰਸਤੇ ਦੇ ਉੱਤੇ ਕਈ ਇਹੋ ਜਿਹੀਆਂ ਬਿਲਡਿੰਗਸ ਹੋਣਗੀਆਂ ਜਿਹੜੀਆਂ ਇਲੀਗਲ ਬਣੀਆਂ ਆ, ਗੈਰ ਕਾਨੂੰਨੀ ਬਣੀਆਂ। 5500 रुपया इस एक दरख्त की एक वृक्ष की कीमत रखी गई सी, पर अज ये जिहड़े वृक्ष तुसीं देखते पे जे खजूर दे, ये बिल्कुल सड़ चुके ने, कारण कि इहदी साਂਭ संभाल नहीं हुई। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਹੋਣਾ ਦੀ ਰਾਇਸ਼ ਇਸੇ ਰੋਡ ਸਾਈਡ ਹੈਗੀ ਆ, ਔਰ ਉਹਨਾਂ ਨੇ ਇਸ ਸ਼ਹਿਰ ਦੀ ਬਿਊਟੀਫਿਕੇਸ਼ਨ ਜਾਂ ਆਰਨਾਮੈਂਟਲ ਪਲਾਂਟਸ ਲਾਉਣ ਦੀ ਬਾਕੀ ਸ਼ਹਿਰ ਵਾਸੀਆਂ ਵਾਸਤੇ ਕੀ ਉਪਲਬਧ ਕਰਾਣੇ ਸੀ, ਆਪਣੇ ਹੀ ਘਰ ਦੇ ਰੂਟ ਦੇ ਉੱਤੇ ਵਧੇਰੇ ਤੌਰ ਦੇ ਉੱਤੇ ਲਾ ਦਿੱਤੇ ਗਏ। ਇਹ ਸਾਰੇ ਰੁੱਖਾਂ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈਗਾ। ਇਹ ਰੁੱਖ ਕਦੀ ਵੀ ਡਿਵਾਈਡਰ ਦੇ ਉੱਤੇ ਨਹੀਂ ਚੱਲਦੇ। ਪਬਲਿਕ ਮਨੀ ਲੋਕਾਂ ਦੀ ਸਟੇਟ ਐਕਸਚੈਕਰ ਨੂੰ ਵੱਡੀ ਸੱਟ ਮਾਰਨ ਦਾ ਕੰਮ ਜਿਹੜਾ ਮੇਅਰ ਅੰਮ੍ਰਿਤਸਰ ਨੇ ਕਰਮਜੀਤ ਸਿੰਘ ਰਿੰਟੂ ਨੇ ਕੀਤਾ ਹੈ। ਇਹਨਾਂ ਰੁੱਖਾਂ ਦਾ ਆਮ ਲੋਕਾਂ ਨੂੰ ਕੀ ਫਾਇਦਾ ਸੀ? ਜੇ ਡਿਵਾਈਡਰ ਦੇ ਉੱਤੇ ਹਮੇਸ਼ਾ ਉਹ ਰੁੱਖ ਲੱਗਦੇ ਆ ਜਿਹੜੇ ਜਿਨ੍ਹਾਂ ਦੇ ਪੱਤੇ ਹੋਣ, ਸੰਘਣੇ ਹੋਣ, ਕੋਈ ਇੱਕ ਫਾਇਦਾ ਦੱਸ ਦੇਣ, ਇਹਦੀ ਛਾਂ ਵੀ ਕਿਸੇ ਨੂੰ ਕੋਈ ਨਹੀਂ, ਫਰੂਟ ਵੀ ਕੋਈ ਨਹੀਂ। ਇਹ ਕੀ ਕਾਰਨ ਸਮਝਦੇ ਕਿ ਕੱਲਾ ਮਜੀਠਾ ਰੋਡ ਹੀ ਆ, ਸਿਰਫ ਮੇਅਰ ਸਾਹਿਬ ਦਾ ਘਰ ਹੈ, ਇਸ ਕਰਕੇ ਮਜੀਠਾ ਰੋਡ ਹੀ ਚੁਣਿਆ ਗਿਆ ਸੀ। ਜਿਹੜੀ ਇਹਨਾਂ ਦਾ ਟੈਨਿਓਰ ਆਇਆ ਸੀ, ਇਹਨਾਂ ਨੇ ਆਪਣੇ ਰੂਟਸ ਨੂੰ ਬੜਾ ਬਿਊਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇਹਦੇ ਵਿੱਚ ਰੁੱਖ ਸਾਰੇ ਹੀ ਤਕਰੀਬਨ ਸੜ ਗਏ। ਇਹਦੇ ਵਿੱਚ ਜੇ ਲੋਕਾਂ ਦਾ ਪੈਸਾ, ਇਹਦਾ ਮਤਲਬ ਇਹ ਨਹੀਂ ਕਿ ਮੇਅਰ ਆਪਣੇ ਘਰ ਦੇ ਆਲੇ ਦੁਆਲੇ ਸਾਰੇ ਇਦਾਂ ਦੇ ਰੁੱਖ ਲਾ ਲਏ। ਬੜੇ ਹਾਸੋਹੀਣੀ ਗੱਲ ਹੈ। ਅਖਬਾਰੀ ਬਿਆਨਾਂ ਰਾਹੀਂ ਵੀ ਮੇਰੀ ਸੁਣਨ ਦੇ ਵਿੱਚ ਇਹ ਗੱਲ ਆਈ ਹੈ, ਦੇਖਿਆ ਵੀ ਆ ਮੈਂ ਕਿ ਕਾਰਪੋਰੇਸ਼ਨ ਕਮਿਸ਼ਨਰ ਇਹ ਕਹਿ ਰਹੇ ਮਾਮਲਾ ਮੇਰੇ ਧਿਆਨ ਦੇ ਵਿੱਚ ਨਹੀਂ। कहते ना कि इन अकल के अंधों को उल्टा नजर आता है, मजनू नजर आती है, लैला नजर आता है। ये अकल दे अन्ने लोग ने ਜਿਹੜੇ ਅਫਸਰ ਹੋ ਜਾਣ, ਕੁਝ ਇਦਾਂ ਦੇ ਜਿਹੜੇ ਕਰਪਟ ਆਫੀਸਰਸ ਆ। मैं अपने ਜਿਹੜੇ ਸਟਾਫ ਹੈ ਸਾਡਾ ਐਸਸੀ ਹਾਰਟੀਕਲਚਰ, ਉਹਨਾਂ ਕੋਲੋਂ ਵੈਰੀਫਾਈ ਕਰਵਾ ਰਹੇ ਹਾਂ ਕਿ ਕਿੰਨੇ ਟੋਟਲ ਪਲਾਂਟਸ ਲੱਗੇ ਸੀ ਉਸ ਵੇਲੇ, ਕਿਹੜੀ ਸਕੀਮ 'ਚ ਲੱਗੇ ਸੀ, ਕਿੱਥੋਂ ਉਹਨਾਂ ਦੀ ਫੰਡਿੰਗ ਹੋਈ ਸੀ। ਔਰ ਜੋ ਮੈਨੂੰ ਪਤਾ ਲੱਗਿਆ ਹੈ ਕਿ ਠੇਕੇਦਾਰ ਕੋਲੋਂ ਉਸ ਵੇਲੇ ਵਨ ਟਾਈਮ ਪਲਾਂਟੇਸ਼ਨ ਕਰਵਾਈ ਗਈ, ਇਹਦੇ ਵਿੱਚ ਮੇਨਟੇਨੈਂਸ ਦਾ ਕੋਈ ਕੰਟਰੈਕਟ ਨਹੀਂ। ਦੋਸਤੋ, ਬੀਤੀ ਸਰਕਾਰ ਦੇ ਵਿੱਚ ਅੰਮ੍ਰਿਤਸਰ ਦੀ ਦਿੱਖ ਨੂੰ ਅੰਮ੍ਰਿਤਸਰ ਦੀ ਦਿੱਖ ਨਹੀਂ, ਸਿਰਫ ਤੇ ਸਿਰਫ ਮਜੀਠਾ ਰੋਡ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਵਾਸਤੇ ਸਰਕਾਰ ਵੱਲੋਂ ਕੁਝ ਬੂਟੇ ਸੜਕਾਂ ਦੇ ਕਿਨਾਰੇ ਦੇ ਉੱਤੇ ਲਗਾਏ ਗਏ ਸੀ ਜਾਂ ਫਿਰ ਸੜਕਾਂ ਦੇ ਸੈਂਟਰ ਵਿੱਚ ਲਗਾਏ ਗਏ ਸੀ। ਇਹ ਜਿਹੜਾ ਖਜੂਰ ਦਾ ਬੂਟਾ ਤੁਸੀਂ ਦੇਖਦੇ ਪਏ ਜੇ, ਇਹ ਇੱਕ ਨਹੀਂ ਆ, ਇਹ ਅੰਮ੍ਰਿਤਸਰ ਦੀ ਮਜੀਠਾ ਰੋਡ ਪੂਰੀ ਦੇ ਉੱਤੇ ਇਸ ਤਰ੍ਹਾਂ ਦੇ ਹੀ ਲਗਾਏ ਗਏ ਸੀ, ਜਿਹਦੀ ਕੀਮਤ ਹੈ ਉਸ ਸਮੇਂ ਜਿਹੜੀ ਕੀਮਤ ਹੈ ਜਿਹੜੀ ਕਾਗਜ਼ਾਂ ਵਿੱਚ ਬੋਲਦੀ ਪਈ ਹੈ 5500 ਰੁਪਇਆ ਇਸ ਇੱਕ ਦਰਖਤ ਦੀ ਇੱਕ ਵ੍ਰਿਕਸ਼ ਦੀ ਕੀਮਤ ਰੱਖੀ ਗਈ ਸੀ। ਪਰ ਅੱਜ ਇਹ ਜਿਹੜੇ ਵ੍ਰਿਕਸ਼ ਤੁਸੀਂ ਦੇਖਦੇ ਪਏ ਜੇ ਖਜੂਰ ਦੇ, ਇਹ ਬਿਲਕੁਲ ਸੜ ਚੁੱਕੇ ਨੇ, ਕਾਰਨ ਕਿ ਇਹਦੀ ਸਾਂਭ ਸੰਭਾਲ ਨਹੀਂ ਹੋਈ। ਪਰ ਇਸ ਇਲਾਕੇ ਦੇ ਵਿੱਚ, ਇਸ ਮਜੀਠਾ ਰੋਡ ਦੇ ਉੱਤੇ ਇੰਨੇ ਪੈਸੇ ਖਰਚੇ ਕਿਉਂ ਗਏ ਸੀ? ਇਸ ਕਰਕੇ ਖਰਚੇ ਗਏ ਸੀ ਕਿ ਇਸ ਮਜੀਠਾ ਰੋਡ ਦੇ ਉੱਤੇ ਅੰਮ੍ਰਿਤਸਰ ਦੇ ਮੇਅਰ ਜਿਹੜੇ ਨੇ ਕਰਮਜੀਤ ਸਿੰਘ ਰਿੰਟੂ, ਜਿਹੜੇ ਕਿ ਮੇਅਰ ਸਨ, ਉਹਨਾਂ ਦਾ ਘਰ ਸੀ। ਤਾਂ ਮੇਰੇ ਹਿਸਾਬ ਦੇ ਨਾਲ ਇਸ ਕਰਕੇ ਇਸ ਸੜਕ ਦੇ ਉੱਤੇ तमाम ਬੂਟੇ ਜਿਹੜੇ ਇਸ ਖਜੂਰ ਦੇ ਲਗਾਏ ਗਏ ਸੀ ਖੂਬਸੂਰਤੀ ਵਧਾਉਣ ਵਾਸਤੇ। ਯਾਨੀ ਕਿ ਜਦੋਂ ਮੇਅਰ ਸਾਹਿਬ ਆਪਣੀ ਗੱਡੀ ਸਟਾਰਟ ਕਰਨ ਤਾਂ ਆਪਣੇ ਦਫ਼ਤਰ ਤੋਂ ਘਰ ਆਉਣ ਤਾਂ ਘਰ ਦੇ ਵਿੱਚ ਰਸਤੇ ਵਿੱਚ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇ। ਪਰ ਅੱਜ ਉਹ ਨਜ਼ਾਰਾ ਦੇਖਣ ਨੂੰ ਨਹੀਂ ਮਿਲਦਾ ਪਿਆ, ਕਿਉਂਕਿ ਮੇਅਰ ਸਾਹਿਬ ਨੇ
ਬੂਟੇ ਇੱਥੇ ਲਗਾ ਦਿੱਤੇ ਸੀ, ਪਰ ਖਿਆਲ ਨਹੀਂ ਰੱਖਿਆ ਬਾਅਦ ਵਿੱਚ ਵੀ ਇਹਨਾਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਆ। ਦੇਖੋ ਇਹ ਤਮਾਮ ਜਿਹੜੇ ਨੇ, ਆਪਾਂ ਉੱਥੇ ਚੱਲਦੇ ਹਾਂ, ਨਾਲ ਤੁਹਾਨੂੰ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੇਖੋ ਇਹ ਜਿਹੜੀ ਖੂਬਸੂਰਤੀ ਭੰਗ ਹੋ ਚੁੱਕੀ ਹੈ। ਕਾਰਨ ਇਹ ਹੈ ਕਿ ਕੋਈ ਸਾਂਭ ਸੰਭਾਲ ਵਾਲਾ ਨਹੀਂ ਹੈਗਾ ਸੀ। ਆਪਾਂ ਗੱਲਬਾਤ ਸਾਂਝੀ ਕਰਦੇ ਹਾਂ, ਸਮਾਜ ਸੇਵੀ ਪਵਨਦੀਪ ਸ਼ਰਮਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਭਾਈ ਸਾਹਿਬ, ਕਿਸ ਤਰ੍ਹਾਂ ਦੇਖਦੇ ਜੇ ਇਸ ਦਿੱਖ ਨੂੰ, ਪੂਰੀ ਮਜੀਠਾ ਰੋਡ ਦੀ ਦਿੱਖ ਨੂੰ ਖੂਬਸੂਰਤ ਕਰਨ ਵਾਸਤੇ ਕਰਮਜੀਤ ਸਿੰਘ ਰਿੰਟੂ ਜਿਨ੍ਹਾਂ ਦਾ ਘਰ ਵਾ ਮੇਅਰ ਦਾ, ਇਸ ਜਗ੍ਹਾ ਦੇ ਉੱਤੇ ਇਹ ਜਿਹੜੇ ਵ੍ਰਿਕਸ਼ ਲਗਾਏ ਗਏ ਸਨ, ਪਰ ਅੱਜ ਉਹ ਮਿੱਟੀ ਹੋ ਚੁੱਕੇ ਨੇ, ਕੁਝ ਪੱਲੇ ਨਹੀਂ ਰਹਿ ਗਿਆ, ਝੜ ਚੁੱਕੇ ਨੇ, ਸੜ ਗਏ ਨੇ। ਦੇਖੋ ਸਾਗਰ ਜੀ, ਤੁਹਾਡਾ ਧੰਨਵਾਦ ਹੈ। ਔਰ ਅੰਮ੍ਰਿਤਸਰ ਕਾਰਪੋਰੇਸ਼ਨ, ਸਪੈਸ਼ਲੀ ਜੇ ਮੈਂ ਗੱਲ ਕਰਾਂ, ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਉਹਨਾਂ ਦੀ ਰਾਇਸ਼ ਇਸੇ ਰੋਡ ਸਾਈਡ ਹੈਗੀ ਆ, ਔਰ ਉਹਨਾਂ ਨੇ ਇਸ ਸ਼ਹਿਰ ਦੀ ਬਿਊਟੀਫਿਕੇਸ਼ਨ ਜਾਂ ਆਰਨਾਮੈਂਟਲ ਪਲਾਂਟਸ ਲਾਉਣ ਦੀ ਬਾਕੀ ਸ਼ਹਿਰ ਵਾਸੀਆਂ ਵਾਸਤੇ ਕੀ ਉਪਲਬਧ ਕਰਾਣੇ ਸੀ, ਆਪਣੇ ਹੀ ਘਰ ਦੇ ਰੂਟ ਦੇ ਉੱਤੇ ਵਧੇਰੇ ਤੌਰ ਦੇ ਉੱਤੇ ਲਾ ਦਿੱਤੇ ਗਏ। ਜਿਹੜੀ ਕੰਪਨੀ ਜੀਕੇ ਕੰਪਨੀ ਦੱਸੀ ਜਾ ਰਹੀ ਹੈ, ਔਰ ਲਗਭਗ ਇਹ 5500 ਤੋਂ 6000 ਰੁਪਏ ਕੀਮਤ ਦਾ ਇੱਕ ਰੁੱਖ ਹੈਗਾ, ਡੇਟ ਪਾਮ ਰੁੱਖ ਹੈਗਾ, ਜਿਹੜਾ ਕਿ ਕਿਤੇ ਵੀ ਅੰਮ੍ਰਿਤਸਰ ਦੀ ਕੰਪੈਟੀਬਿਲਿਟੀ ਦੇ ਨਾਲ ਸੂਟ ਨਹੀਂ ਕਰਦਾ। ਔਰ ਇਹਦੇ ਉੱਤੇ ਵੱਡੇ ਲੈਵਲ ਦੇ ਉੱਤੇ ਕਰਪਸ਼ਨ ਜਿਹੜੀ ਆ, ਕਾਰਗਰਦਗੀ ਮਾੜੀ ਕਾਰਪੋਰੇਸ਼ਨ ਅਫਸਰਾਂ ਦੀ ਔਰ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਵੀ ਨਜ਼ਰ ਆਉਂਦੀ ਹੈ। ਔਰ ਜਿਹੜੇ ਇਹ ਆਰਨਾਮੈਂਟਲ ਬਿਊਟੀਫਿਕੇਸ਼ਨ ਲਈ ਜਿਹੜੇ ਰੁੱਖ ਲਾਏ ਗਏ ਆ, ਕਿਤੇ ਵੀ ਸਾਡੀ ਬਾਇਓਲੋਜੀਕਲ ਡਾਇਵਰਸਿਟੀ ਔਰ ਕਿਤੇ ਵੀ ਇਕੋਲੋਜੀ ਦੇ ਨਾਲ ਇਹ ਸਹਾਈ ਨਹੀਂ ਹੁੰਦੇ। ਇਹ ਸਾਰੇ ਰੁੱਖਾਂ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈਗਾ। ਇਹ ਰੁੱਖ ਕਦੀ ਵੀ ਡਿਵਾਈਡਰ ਦੇ ਉੱਤੇ ਨਹੀਂ ਚੱਲਦੇ, ਪਰ ਇਹਦੇ ਵਿੱਚ ਜੇ ਉਹਨਾਂ ਨੇ ਪੈਸਾ ਕਮਾਉਣਾ ਸੀ, ਕਰਪਸ਼ਨ ਦੇ ਮਾਮਲਿਆਂ ਦੇ ਵਿੱਚ ਇਦਾਂ ਦੇ ਇਵੈਂਟਸ ਲਿਆ ਕੇ ਸਹਾਈ ਹੋਣਾ ਸੀ, ਤੇ ਇਦਾਂ ਦੇ ਰੁੱਖ ਜਿਹੜੇ ਵੱਡੇ ਲੈਵਲ ਤੇ ਲਾਏ ਗਏ। ਔਰ ਇਹਦੇ ਵਿੱਚ ਜੇ ਲਗਭਗ ਅਸੀਂ ਕਹੀਏ ਕਿ 271 ਡੇਟ ਪਾਮਸ ਲਾਏ ਗਏ, ਜਿਹਦੇ ਵਿੱਚੋਂ 250 ਤੋਂ ਵੀ ਵੱਧ ਜਿਹੜੇ ਉਹ ਸੜ ਚੁੱਕੇ ਆ। ਔਰ ਇਹ ਪਬਲਿਕ ਮਨੀ, ਲੋਕਾਂ ਦੀ ਸਟੇਟ ਐਕਸਚੈਕਰ ਨੂੰ ਵੱਡੀ ਸੱਟ ਮਾਰਨ ਦਾ ਕੰਮ ਜਿਹੜਾ ਮੇਅਰ ਅੰਮ੍ਰਿਤਸਰ ਨੇ ਕਰਮਜੀਤ ਸਿੰਘ ਰਿੰਟੂ ਨੇ ਕੀਤਾ, ਜਿਹੜੀ ਕਿ ਬੜੀ ਹੀ ਸ਼ਰਮਨਾਕ ਗੱਲ ਹੈਗੀ ਆ। ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਹਨਾਂ ਰੁੱਖਾਂ ਦਾ ਆਮ ਲੋਕਾਂ ਨੂੰ ਕੀ ਫਾਇਦਾ ਸੀ। ਜੇ ਡਿਵਾਈਡਰ ਦੇ ਉੱਤੇ ਹਮੇਸ਼ਾ ਉਹ ਰੁੱਖ ਲੱਗਦੇ ਆ ਜਿਹੜੇ ਜਿਨ੍ਹਾਂ ਦੇ ਪੱਤੇ ਹੋਣ, ਸੰਘਣੇ ਹੋਣ, ਔਰ ਲੋਕ ਜਦੋਂ ਇਹਦੇ ਤੋਂ ਟ੍ਰੈਫਿਕ ਮੂਵ ਕਰਦੀ ਆ ਤੇ ਉਹਦੀ ਲਾਈਟ ਜਿਹੜੀ ਆ ਦੂਸਰੀ ਸਾਈਡ ਨੂੰ ਨਾ ਪਵੇ, ਵੱਡੀਆਂ ਵਹੀਕਲਸ ਦੀ ਲਾਈਟ ਜਿਹੜੀ ਆ ਉਹ ਕ੍ਰਾਸ ਹੋ ਕੇ ਲੋਕਾਂ ਨੂੰ ਨਾ ਪਵੇ, ਲੋਕਾਂ ਦੀਆਂ ਅੱਖਾਂ ਵਿੱਚ ਨਾ ਪਵੇ। ਪਰ ਇਦਾਂ ਦੇ ਭੈੜੇ ਰੁੱਖ ਲਗਾ ਕੇ 15-20 ਲੱਖ ਰੁਪਇਆ ਆਮ ਲੋਕਾਂ ਦਾ ਵੇਸਟ ਕਰਕੇ ਇਸ ਕਾਰਪੋਰੇਸ਼ਨ ਦੀ ਜਿਹੜੀ ਮਾੜੀ ਕਾਰਗਰਦਗੀ ਆ ਸਾਡੇ ਸਾਹਮਣੇ ਆ ਗਈ ਆ। ਔਰ ਇਹਦੇ ਵਿੱਚ ਕੋਈ ਇੱਕ ਫਾਇਦਾ ਦੱਸ ਦੇਣ, ਇਹਦੀ ਛਾਂ ਵੀ ਕਿਸੇ ਨੂੰ ਕੋਈ ਨਹੀਂ, ਫਰੂਟ ਵੀ ਕੋਈ ਨਹੀਂ। ਫਿਰ ਉਸ ਤੋਂ ਬਾਅਦ ਜੇ ਇਹ ਛਾਂ ਵਾਲੇ ਰੁੱਖ ਲਾਉਂਦੇ, ਹਰਿਆ ਭਰਿਆ ਸਾਡਾ ਸ਼ਹਿਰ ਦਿਸਦਾ। ਔਰ ਇਸ ਦੀ ਸਾਂਭ ਸੰਭਾਲ ਦੀ ਕਾਰਗਰਦਗੀ ਇਹ ਕੀ ਕਾਰਨ ਸਮਝਦੇ ਕਿ ਕੱਲਾ ਮਜੀਠਾ ਰੋਡ ਹੀ ਆ, ਸਿਰਫ ਮੇਅਰ ਸਾਹਿਬ ਦਾ ਘਰ ਹੈ, ਇਸ ਕਰਕੇ ਮਜੀਠਾ ਰੋਡ ਹੀ ਚੁਣਿਆ ਗਿਆ ਸੀ, ਬਾਕੀ ਇਸ ਤਰ੍ਹਾਂ ਦੇ ਜਿਹੜੇ ਦਰਖਤ ਨੇ ਜਿਹੜੇ ਖਜੂਰ ਦੇ, ਇਹ ਹੋਰ ਬਾਕੀ ਅੰਮ੍ਰਿਤਸਰ ਦੇ ਵਿੱਚ ਕੁਝ ਘੱਟ ਹੀ ਦੇਖਣ ਨੂੰ ਮਿਲਣਗੇ। ਦੇਖੋ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਪਰ ਇਸ ਵੇਲੇ ਜਿਹੜੀ ਇਹਨਾਂ ਦਾ ਟੈਨਿਓਰ ਆਇਆ ਸੀ, ਇਹਨਾਂ ਨੇ ਆਪਣੇ ਰੂਟਸ ਨੂੰ ਬੜਾ ਬਿਊਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇਹਦੇ ਵਿੱਚ ਰੁੱਖ ਸਾਰੇ ਹੀ ਤਕਰੀਬਨ ਸੜ ਗਿਆ। ਇਹਦੇ ਵਿੱਚ ਜੇ ਲੋਕਾਂ ਦਾ ਪੈਸਾ, ਇਹਦਾ ਮਤਲਬ ਇਹ ਨਹੀਂ ਕਿ ਮੇਅਰ ਆਪਣੇ ਘਰ ਦੇ ਆਲੇ ਦੁਆਲੇ ਸਾਰੇ ਇਦਾਂ ਦੇ ਰੁੱਖ ਲਾ ਲਏ ਜਾਂ ਆਪਣੇ ਰਸਤੇ 'ਚੋਂ ਜਿਹੜੇ ਲੰਘਣਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੱਡੇ ਟੋਏ ਵੀ ਡਿਵਾਈਡਰ ਦੇ ਵਿੱਚ ਹੈਗੇ ਨੇ, ਉਹ ਅਪਰੂਟ ਹੋ ਗਏ ਰੁੱਖ ਹੈਗੇ ਆ। ਔਰ ਜੇ ਲੋਕਾਂ ਨੂੰ ਇਹਨਾਂ ਨੇ ਕੋਈ ਛੋਟੀਆਂ ਲੈਵਲ ਦੀਆਂ ਜੇ ਸੜਕਾਂ ਆ, ਲੋਕਾਂ ਨੂੰ ਹੋਰ ਸਹੂਲੀਅਤ ਜਿਹੜੇ ਬੁਨਿਆਦੀ ਚਾਹੀਦੇ ਆ, ਸੀਵੇਜ ਕਲੀਅਰ ਕਰਨਾ, ਬੁਨਿਆਦੀ ਸੜਕਾਂ ਦੇ ਮਾਮਲੇ ਆ, ਜੇ ਉਹ ਨਹੀਂ ਕਰਾ ਸਕਦੇ, ਪਰ ਆਪਣੇ ਘਰਾਂ ਵੱਲ ਜਾਂਦੇ ਰੂਟਸ ਜਿਹੜੇ ਉਹਦੇ ਉੱਤੇ ਵੱਡੇ ਵੱਡੇ ਮਹਿੰਗੇ ਆਲੀਸ਼ਾਨ ਰੁੱਖ ਲਾ ਦਿੰਦੇ ਆ, ਜਿਨ੍ਹਾਂ ਦੀ ਸੇਵਾ ਸੰਭਾਲ ਵੀ ਇਹ ਕਰ ਨਹੀਂ ਪਾਏ। ਔਰ ਇਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਕਰਪਸ਼ਨ ਵਿੱਚ ਵੀ ਸੰਮਿਲਿਤ ਬਹੁਤ ਸਾਰੇ ਅਧਿਕਾਰੀ ਨਜ਼ਰ ਆ ਰਹੇ ਆ। ਔਰ ਮੈਂ ਬੜੇ ਹਾਸੋਹੀਣੀ ਗੱਲ ਹੈ, ਅਖਬਾਰੀ ਬਿਆਨਾਂ ਰਾਹੀਂ ਵੀ ਮੇਰੀ ਸੁਣਨ ਦੇ ਵਿੱਚ ਇਹ ਗੱਲ ਆਈ ਆ, ਦੇਖਿਆ ਵੀ ਆ ਮੈਂ ਕਿ ਕਾਰਪੋਰੇਸ਼ਨ ਕਮਿਸ਼ਨਰ ਇਹ ਕਹਿ ਰਹੇ ਮਾਮਲਾ ਮੇਰੇ ਧਿਆਨ ਦੇ ਵਿੱਚ ਨਹੀਂ। ਪਰ ਮੈਂ ਇਹ ਪੁੱਛਣਾ ਚਾਹੁੰਦਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿ ਉਹ ਭਾਈ ਸਾਹਿਬ, ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਹੋ ਕਿ ਜਾਂ ਕਿਤੇ ਹੋਰ ਰਹਿੰਦੇ ਹੋ, ਜੇ ਤੁਹਾਨੂੰ ਇਸ ਮਾਮਲੇ ਦਾ ਪਤਾ ਹੀ ਨਹੀਂ ਹੈਗਾ। ਔਰ ਇਸ ਤੋਂ ਬਾਅਦ ਇਹ ਜਿਹੜਾ ਰੁੱਖ ਹੈ ਸਾਗਰ ਜੀ, ਇਹਦੇ ਟੈਕਨੀਕਲ ਜੇ ਮੈਂ ਦੱਸ ਦੇਵਾਂ, ਇਹਦੇ ਸਿਰ ਦੇ ਵਿੱਚ ਪੂਰੀ ਧੁੱਪ ਔਰ ਪੈਰਾਂ ਦੇ ਵਿੱਚ ਪੂਰਾ ਪਾਣੀ ਚਾਹੀਦਾ ਹੁੰਦਾ। ਜੇ ਕਾਰਪੋਰੇਸ਼ਨ ਇਹਨੂੰ ਮੇਨਟੇਨ ਹੀ ਨਹੀਂ ਕਰ ਸਕਦੀ ਸੀ, ਬਾਗਬਾਨੀ ਵਿਭਾਗ ਕਾਰਪੋਰੇਸ਼ਨ ਦਾ ਇਹਨੂੰ ਬਚਾ ਹੀ ਨਹੀਂ ਸੀ ਸਕਦਾ, ਤੇ ਲਾਏ ਕਿਉਂ ਸੀ? ਸਿੱਧਾ ਸਮਝ ਆਉਂਦਾ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਕੰਪਨੀ ਨਾਲ ਸਾਠ-ਗਾਂਠ, ਕੋਈ ਮਾੜੀ ਕਾਰਗਰਦਗੀ ਇਹਨਾਂ ਦੀ ਸਾਹਮਣੇ ਆ ਰਹੀ ਹੈ। ਇੱਕ ਵਾਰ ਮੈਂ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ ਦਿਖਾਓ ਜਾ ਕੇ ਕਿ ਚੌੜਾਈ ਕਿੰਨੀ ਹੈ, ਜਿੱਥੇ ਬੂਟੇ ਲਗਾਏ ਗਏ ਨੇ ਉਹ ਚੌੜਾਈ ਦੇਖੋ, ਉਨੀ ਤੇ ਜੜ ਹੁੰਦੀ ਆ ਜਿਹੜੇ ਬੂਟੇ ਦੀ ਆ, ਛੋਟੇ ਬੂਟੇ ਦੀ ਜੜ ਹੁੰਦੀ ਆ, ਜਿੱਡੇ ਜਗ੍ਹਾ ਦੇ ਉੱਤੇ ਐਡਾ ਚੌੜਾ ਬੂਟਾ ਅਸੀਂ ਲਗਾ ਦਿੱਤਾ ਹੈ। ਤਾਂ ਬਿਲਕੁਲ ਇਹ ਵੀ ਅਸੀਂ ਜ਼ਰੂਰ ਦਿਖਾਵਾਂਗੇ, ਇਹ ਕਿਤੇ ਨਾ ਕਿਤੇ ਸ਼ਰਮਿੰਦਾ ਕਰਦੀਆਂ ਤਸਵੀਰਾਂ ਨੇ। ਤਾਂ ਲੱਗਦਾ ਹੈ ਕਿ ਇਹਦੀ ਜਾਂਚਾਂ ਜਿਹੜੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਜਾਂ ਜਾਂਚ ਲੱਗ ਜਾਣੀ ਚਾਹੀਦੀ। ਜਾਂਚ ਇਹਦੀ ਆਲਰੇਡੀ ਸ਼ੁਰੂ ਹੋ ਗਈ ਆ, ਜਿਹੜੀ ਅਰਬਨ ਪਲੈਨਿੰਗ ਕਰਨੀ ਸੀ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਿਰਧਾਰਿਤ ਹੋਈਆਂ ਸੀ ਕਿ ਆਰਨਾਮੈਂਟਲ ਪਲਾਂਟਸ ਲੱਗਣਗੇ, ਉਹ ਸਾਰੀ ਜੇ ਉਹਦੇ ਕਰਪਸ਼ਨ ਉਹਦੇ ਸਾਹਮਣੇ ਆਊਗੀ ਤੇ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ, ਚਾਹੇ ਰੈਲੇਵੈਂਟ ਕੋਈ ਵੀ ਆਫੀਸਰ ਹੋਵੇ, ਚਾਹੇ ਕੋਈ ਕਮਿਸ਼ਨਰ ਲੈਵਲ ਦਾ ਅਧਿਕਾਰੀ ਹੋਵੇ, ਚਾਹੇ
ਅੰਮ੍ਰਿਤਸਰ ਹੋਵੇ, ਕੋਈ ਵੀ ਇੱਦਾਂ ਦੇ ਅਧਿਕਾਰੀ ਹੋਣ, ਕਿਉਂਕਿ ਇਹ ਸਾਰੇ ਰੁੱਖ ਜਿਹੜੇ ਆ ਮਿਡਲ ਈਸਟ ਦੀ ਕਾਪੀ ਦੇ ਤਹਿਤ, ਮਿਡਲ ਈਸਟ ਕੰਟਰੀਜ਼ ਦੀ ਕਾਪੀ ਦੇ ਤਹਿਤ ਇਹ ਰੁੱਖ ਜਿਹੜੇ ਅੰਮ੍ਰਿਤਸਰ ਦੇ ਵਿੱਚ ਲਿਆਂਦੇ ਗਏ। ਪਰ ਜੇ ਇਹਨਾਂ ਨੂੰ ਸੰਭਾਲ ਹੀ ਨਹੀਂ ਸਕਦੇ, ਤੁਸੀਂ ਦੇਖੋ ਸਾਗਰ ਜੀ ਕਿ ਕਿੱਡਾ ਵੱਡਾ ਟੋਆ ਇਹਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਅਪਰੂਟ ਹੋ ਗਿਆ ਇਹਦੇ ਉੱਤੋਂ ਰੁੱਖ, ਉਹ ਸੜ ਕੇ ਨਿਕਲ ਕੇ ਝੜ ਕੇ ਆਪੇ ਡਿੱਗ ਡੁੱਗ ਗਿਆ। ਜੇ ਐਡੇ ਰੁੱਖ ਜੇ ਇਹ ਚੱਲ ਵੀ ਜਾਂਦੇ, ਇਹਨਾਂ ਦੇ ਭਾਰੀ ਪੱਤੇ ਲੋਕਾਂ ਦੇ ਸਿਰ ਦੇ ਉੱਤੇ ਡਿੱਗਦੇ, ਲੋਕਾਂ ਨੂੰ ਛਾਂ ਨਹੀਂ ਸੀ ਮਿਲਣੀ। ਕੀ ਉਹਨਾਂ ਬੂਟਿਆਂ ਨੂੰ ਇਹ ਜਿਹੜੀਆਂ ਜਿੰਨੀਆਂ ਉਹਨਾਂ ਦੀ ਜੜ੍ਹਾਂ ਫੈਲਣੀਆਂ ਸੀ, ਕੀ ਆ ਸਾਂਭ ਸਕਦੇ ਸੀ? ਇੰਨੀ ਕਿ ਜਗ੍ਹਾ ਸਾਂਭ ਲੇਗੀ? ਨਹੀਂ ਸਾਂਭ ਸਕਦੇ ਸੀ। ਇਸੇ ਕਰਕੇ ਹੀ ਵਿਜੀਲੈਂਸ ਇਨਕੁਆਇਰੀ ਵੀ ਇਹਨਾਂ ਲੋਕਾਂ ਦੀ ਸ਼ੁਰੂ ਹੋਈ ਆ, ਜਿਨ੍ਹਾਂ ਦੀ ਮਾੜੀ ਨਾਕਸ ਕਾਰਕਰਦਗੀ ਸੀ। ਇਹਨਾਂ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਹੀ ਸਾਰੀਆਂ ਗੱਲਾਂ ਜਿਹੜੀਆਂ ਸ਼ੁਰੂ ਹੋਈਆਂ ਕਿ ਜੇ ਰੋਡਸਕੇਪਿੰਗ ਤੁਸੀਂ ਸਹੀ ਨਹੀਂ ਕਰ ਸਕਦੇ, ਲੈਂਡਸਕੇਪਿੰਗ ਸਹੀ ਨਹੀਂ ਕਰ ਸਕਦੇ, ਸਟਰੀਟਸਕੇਪਿੰਗ ਸਹੀ ਨਹੀਂ ਕਰ ਸਕਦੇ, ਅੰਮ੍ਰਿਤਸਰ ਟ੍ਰੈਫਿਕ ਕਿਓਸ ਨਾਲ ਭਰ ਗਿਆ, ਕਬਜ਼ੇ ਹਰ ਜਗ੍ਹਾ ਦੇ ਉੱਤੇ ਹੋ ਰਹੇ, ਇਨਕਰੋਚਮੈਂਟਸ ਹੋ ਰਹੀਆਂ, ਤੇ ਇਹ ਰੁੱਖ ਇਹਨਾਂ ਨੂੰ ਆਪਣੇ ਰੂਟ ਤੇ ਲਾਉਣ ਲਈ ਲੱਭੇ ਸੀ। ਇੰਨਾ ਵੱਡਾ ਅਮਾਉਂਟ ਕਹਿ ਸਕਦੇ ਆ 15-20 ਲੱਖ ਰੁਪਇਆ। ਮੈਂ ਕਹਿੰਦਾ ਜੇ ਪਬਲਿਕ ਦਾ 1 ਰੁਪਈਆ ਵੀ ਚੋਰੀ ਹੋਇਆ ਹੋਵੇ ਜਾਂ ਉਹਦੇ ਵਿੱਚ ਕੋਈ ਧਾਂਦਲੀ ਹੋਈ ਹੋਵੇ, ਅਸੀਂ ਉਹਨੂੰ ਕਦੀ ਵੀ ਬਖਸ਼ਾਂਗੇ ਨਹੀਂ। ਮੈਂ ਨਿੱਜੀ ਤੌਰ ਦੇ ਉੱਤੇ ਵੀ, ਚਾਹੇ ਉਹ ਕਮਿਸ਼ਨਰ ਲੈਵਲ ਦਾ ਅਧਿਕਾਰੀ ਹੋਵੇ, ਚਾਹੇ ਕਿਸੇ ਵੀ ਲੈਵਲ ਦਾ ਅਧਿਕਾਰੀ ਹੋਵੇ, ਜੇ ਉਹ ਇਦਾਂ ਦੀ ਗੱਲ ਦੇ ਵਿੱਚ ਸ਼ਮੂਲੀਅਤ ਕਰਦੇ ਤੇ ਉਹਨਾਂ ਨੂੰ ਅਸੀਂ ਕਦੀ ਵੀ। ਕੀ ਕਾਰਨ ਅਸੀਂ ਕੀ ਸਮਝਦੇ ਹਾਂ ਕਿ ਇੱਥੋਂ ਜਿਹੜੇ ਅਧਿਕਾਰੀ ਨੇ ਉਹ ਲੰਘਦੇ ਨਹੀਂ, ਕਿ ਮੇਅਰ ਸਾਹਿਬ ਇੱਥੋਂ ਰੋਜ਼ ਲੰਘਦੇ ਨਹੀਂ ਹੋਣਗੇ, ਕਿ ਆਮ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਹਰ ਚੀਜ਼ ਦਾ ਧਿਆਨ ਰੱਖਦੇ ਹਾਂ, ਉਹ ਲੰਘਦੇ ਨਹੀਂ ਹੋਣੇ? ਕਿ ਅਸੀਂ ਦੱਸਾਂਗੇ ਤਾਂ ਫਿਰ ਪਤਾ ਲੱਗੇਗਾ, ਕਿ ਸਮਾਜ ਸੇਵੀ ਉੱਠੇਗਾ ਤੇ ਫਿਰ ਪਤਾ ਲੱਗੇਗਾ ਕਿ ਇਸ ਜਗ੍ਹਾ ਦੇ ਉੱਤੇ ਕਰਪਸ਼ਨ ਹੋਣੀ ਆ, ਇਸ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ ਇਹ ਘਟਨਾ ਘਟੀ। ਦੇਖੋ ਕਹਿੰਦੇ ਨਾ ਕਿ ਇਨ ਅਕਲ ਕੇ ਅੰਧੋं को उल्टा नजर आता है, ਮਜਨੂ ਨਜ਼ਰ ਆਤੀ ਹੈ, ਲੈਲਾ ਨਜ਼ਰ ਆਤਾ ਹੈ। ਇਹ ਅਕਲ ਦੇ ਅੰਨੇ ਲੋਕ ਨੇ ਜਿਹੜੇ ਅਫਸਰ ਹੋ ਜਾਣ, ਕੁਝ ਇਦਾਂ ਦੇ ਜਿਹੜੇ ਕਰਪਟ ਆਫਿਸਰਸ ਆ, ਜਿਹੜੇ ਕਰਪਟ ਪੋਲੀਟੀਕਲ ਲੀਡਰਸ ਹੈਗੇ ਆ, ਜਿਹੜੇ ਆਪਣੇ ਆਪ ਨੂੰ ਲੀਡਰ ਦੱਸਦੇ ਆ ਲੋਕਾਂ ਦਾ, ਜਿਹੜੇ ਸਮੇਂ-ਸਮੇਂ ਸਿਰ ਪਾਰਟੀਆਂ ਬਦਲ ਲੈਂਦੇ ਆਪਣੇ ਨਿੱਜੀ ਹਿੱਤ ਦੇਖ ਕੇ। ਪਰ ਇਹਨਾਂ ਨੂੰ ਸਭ ਕੁਝ ਦਿਖਦਾ ਹੁੰਦਾ ਹੈ, ਪਰ ਆਪਣੀਆਂ ਕਮੀਆਂ ਖਾਮੀਆਂ ਨੂੰ ਢੱਕਣ ਦੇ ਲਈ ਇਹ ਗੱਲ ਕਹਿ ਦਿੰਦੇ ਆ ਜਾਂਚ ਕਰਾਂਗੇ, ਜਾਂਚ ਕਰਾਵਾਂਗੇ। ਸਾਡੇ ਜਾਂਚ ਜਿਹੜੀ ਉਹ ਹੁੰਦੀ ਨਹੀਂ, ਉਹ ਕਾਗਜ਼ਾਂ ਵਿੱਚ ਹੀ ਰਹਿ ਜਾਂਦੀ, ਉਹ ਜਾਂਚਾਂ ਹੀ ਚੱਲਦੀਆਂ ਰਹਿੰਦੀਆਂ ਨੇ, ਨਜ਼ਰ ਨਹੀਂ ਆਉਂਦੀਆਂ ਕਿ ਜਾਂਚਾਂ ਖਤਮ ਕਦੋਂ ਹੋਣਗੀਆਂ। ਮੈਂ ਤੇ ਬਹੁਤ ਧੰਨਵਾਦੀ ਹਾਂ ਤੁਹਾਡਾ ਵੀ, ਮੀਡੀਆ ਗਰੁੱਪਸ ਦਾ ਵੀ, ਜਿਹੜੇ ਸਮੇਂ ਸਿਰ ਸਾਡੇ ਵਰਗੇ ਲੋਕਾਂ ਦਾ ਸਾਥ ਦਿੰਦੇ ਆ, ਸੱਚਾਈ ਲੋਕਾਂ ਦੇ ਸਾਹਮਣੇ ਰੱਖਦੇ ਆ। ਇਦਾਂ ਦੇ ਭ੍ਰਸ਼ਟ ਲੀਡਰਾਂ, ਭ੍ਰਸ਼ਟ ਕਾਰਪੋਰੇਸ਼ਨ ਦੇ ਅਦਾਰਿਆਂ ਵਿੱਚੋਂ ਜਿਹੜੀਆਂ ਕਾਲੀਆਂ ਭੇਡਾਂ ਨੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਆ। ਤੁਸੀਂ ਆਪ ਹੀ ਦੇਖ ਲਿਆ ਕਿ ਇਹਨਾਂ ਸਾਰੀਆਂ ਗੱਲਾਂ ਦਾ ਆਮ ਪਬਲਿਕ ਨੂੰ ਕੀ ਫਾਇਦਾ ਹੋਇਆ। ਕਿਤੇ ਕੋਈ ਜ਼ਰੂਰੀ ਸੜਕ ਆ ਉਹ ਨਹੀਂ ਬਣਾਉਂਦੇ, ਕਿਤੇ ਕੋਈ ਟੋਆ ਪੂਰਨਾ ਉਹ ਨਹੀਂ ਕਰਦੇ, ਕਿਤੇ ਬੁਨਿਆਦੀ ਪਾਣੀ ਦੀ ਸਮੱਸਿਆ, ਸੀਵੇਜ ਦੀ ਸਮੱਸਿਆ। ਅੱਜ ਸਮਾਰਟ ਸਿਟੀ ਦੀ ਗੱਲ ਕਰਦੇ ਆ, G20 ਅੰਮ੍ਰਿਤਸਰ ਦੇ ਵਿੱਚ ਆਉਣ ਵਾਲਾ, ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕਾਂ ਨੇ ਅੰਮ੍ਰਿਤਸਰ ਦੇ ਵਿੱਚ ਆਉਣਾ, ਵੱਡੇ ਲੈਵਲ ਤੇ ਟੂਰਿਸਟ ਅੰਮ੍ਰਿਤਸਰ ਦੇ ਵਿੱਚ ਆਉਂਦਾ। ਪਰ ਦੇਖੋ ਮੇਅਰ ਦੇ ਘਰ ਦੇ ਨੇੜੇ ਇੰਨੇ ਵੱਡੇ ਲੈਵਲ ਦੇ ਉੱਤੇ ਇਦਾਂ ਦੇ ਟਰੀਜ਼ ਲੱਗਣੇ, ਔਰ ਸਾਰੇ ਟੋਟਲੀ ਡੈਮੇਜ ਹੋ ਗਏ। ਚਾਹੇ ਐਂਡ ਤੱਕ ਤੁਸੀਂ ਨਜ਼ਰ ਮਾਰ ਸਕਦੇ ਹੋ, ਕੈਮਰਾ ਜੇ ਜ਼ੂਮ ਕਰਕੇ ਵੀ ਦੇਖ ਸਕਦਾ ਤੇ ਨਜ਼ਰ ਮਾਰ ਸਕਦੇ ਹੋ। 5500 ਰੁਪਇਆ ਰੇਟ ਸੀ, ਜਿਸ ਤਰ੍ਹਾਂ ਮੈਂ ਕਹਿੰਦਾ ਪਿਆ, ਬਿਲਕੁਲ ਸਹੀ ਹੈ ਜਾਂ ਫਿਰ? ਦੇਖੋ ਇਹੀ ਤੇ ਗੱਲ ਹੁੰਦੀ ਆ, ਜਦੋਂ ਐਡੇ ਲਾਰਜ ਸਕੇਲ ਦੇ ਉੱਤੇ ਲੈਣਾ ਹੁੰਦਾ, ਰੁੱਖ ਸਸਤੇ ਵੀ ਮਿਲ ਜਾਂਦੇ ਆ। ਪਰ ਤੁਹਾਨੂੰ ਪਤਾ ਹੈ ਕਿ ਜਿਹੜੇ ਸਰਕਾਰੀ ਕੰਮਾਂ ਵਿੱਚ, ਉਹਨਾਂ ਦੇ ਕੰਮ ਕਾਜ ਦੇ ਵਿੱਚ ਬਿੱਲ ਕਈ ਵਾਰ ਡਬਲ ਬਣਾਏ ਜਾਂਦੇ ਆ, ਜਾਂ ਆਪਣੇ ਲੋਕਾਂ ਦੀਆਂ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਦਾਂ ਦੀ ਕਾਰਕਰਦਗੀ ਕੀਤੀ ਜਾਂਦੀ ਹੈ। ਕੰਪਨੀ ਇਹਦੇ ਵਿੱਚ ਇਹ ਵੀ ਨਿਰਧਾਰਤ ਸੀ ਕਿ ਜਿਹੜੇ ਰੁੱਖ ਖਰਾਬ ਹੋਣਗੇ, ਕੰਪਨੀ ਉਹਨੂੰ ਪੁੱਟ ਕੇ ਦੁਬਾਰਾ ਲਾਏਗੀ। ਜੇ ਦੁਬਾਰਾ ਲੱਗੇ ਵੀ ਹੋਣ, ਫਿਰ ਕੋਈ ਸੰਭਾਲ ਨਹੀਂ ਕੀਤੀ। ਸਿਰਫ ਅੰਮ੍ਰਿਤਸਰ ਦੇ ਮੇਅਰ ਦਾ ਮੁੱਖ ਮੰਤਵ ਜਿਹੜਾ ਮੋਟਿਵ ਰਿਹਾ, ਉਹ ਰਾਜਨੀਤੀ ਕਰਨਾ ਹੀ ਰਹਿ ਗਿਆ। ਉਹ ਸਿਰਫ ਇੱਕ ਡਮੀ ਅਸੀਂ ਕਹਿ ਸਕਦੇ ਹਾਂ ਕਿ ਇਦਾਂ ਦੀ ਕਾਰਕਰਦਗੀ ਉਹਨਾਂ ਨੇ ਦਿਖਾਈ ਆ, ਪਰ ਪਰਫਾਰਮ ਔਨ ਗਰਾਊਂਡ ਜ਼ੀਰੋ। ਤੁਸੀਂ ਟ੍ਰੈਫਿਕ ਕਿਓਸ ਸ਼ਹਿਰ ਦੇ ਵਿੱਚ ਦੇਖ ਲਓ, ਇਲੀਗਲ ਇਨਕਰੋਚਮੈਂਟਸ ਦੇਖ ਲਓ, ਗ੍ਰੀਨ ਬੈਲਟਸ ਲੋਕਾਂ ਨੇ ਵਾਲੀਆਂ, ਘਰਾਂ 'ਚ ਰਲਾ ਲੀਆਂ। ਗਰੀਬ ਬੰਦਾ ਜਿੱਥੇ ਰੇਹੜੀ ਲਾ ਕੇ ਆਪਣਾ ਰੁਜ਼ਗਾਰ ਕਰਦਾ, ਉਹਨੂੰ ਡੰਡੇ ਮਾਰਦੇ ਆ, ਪੁੱਠਾ ਟੰਗਦੇ ਆ। ਪਰ ਇਹ ਲੋਕਾਂ ਨੂੰ ਜਰਾ ਹੀ ਸ਼ਰਮ ਨਹੀਂ ਆਈ। ਇਸ ਰਸਤੇ ਦੇ ਉੱਤੇ ਕਈ ਇਹੋ ਜਿਹੀਆਂ ਬਿਲਡਿੰਗਸ ਹੋਣਗੀਆਂ ਜਿਹੜੀਆਂ ਇਲੀਗਲ ਬਣੀਆਂ ਆ, ਗੈਰ ਕਾਨੂੰਨੀ ਬਣੀਆਂ, ਔਰ ਇਹਦੇ ਵਿੱਚ ਇੰਨੇ ਵੱਡੇ ਲੈਵਲ ਦੇ ਉੱਤੇ ਇਸ ਮਾਮਲੇ ਦੇ ਉੱਤੇ ਘਟਾਲੇ ਦੀ ਵੀ ਗੱਲ ਸਾਹਮਣੇ ਆਉਣੀ। ਅਖਬਾਰੀ ਸਰੋਤਾਂ ਨਾਲ ਵੀ ਮੈਂ ਪੜ੍ਹ ਲਿਆ ਕਿ ਇਹਦੀ ਵਿਜੀਲੈਂਸ ਜਾਂਚ ਜਿਹੜੀ ਸ਼ੁਰੂ ਹੋ ਗਈ ਆ। ਪਰ ਇਸ ਨੂੰ ਕਿਸੇ ਵੀ, ਮੈਂ ਵੀ ਇਹ ਨਿੱਜੀ ਤੌਰ ਤੇ ਆਪ ਜੀ ਨੂੰ ਕਹਿ ਰਿਹਾ, ਮੈਂ ਹਲਕਾ ਵਿਧਾਇਕ ਨੂੰ ਵੀ ਇਹ ਗੱਲ ਕਨਵੇ ਕਰ ਦਿੱਤੀ ਆ ਕਿ ਇਸ ਮਾਮਲੇ ਦੇ ਉੱਤੇ ਕੋਈ ਵੀ ਲੀਡਰ, ਕੋਈ ਵੀ ਕਾਰਪੋਰੇਸ਼ਨ ਦਾ ਅਧਿਕਾਰੀ ਕਿਸੇ ਵੀ ਲੈਵਲ ਦਾ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨੂੰ ਉਹਦੀ ਜੇਬ 'ਚੋਂ ਨਿਚੋੜ ਕੇ, ਉਹਦਾ ਖੂਨ ਨਿਚੋੜ ਕੇ, ਇੱਕ ਪੈਸਾ ਆਮ ਪਬਲਿਕ ਮਨੀ ਜਿਹੜੀ ਆ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਰਿਲੀਫ ਦਿਵਾਉਣਾ ਚਾਹੀਦਾ। ਔਰ ਇਹ ਲੋਕਾਂ ਨੂੰ ਇੱਕ ਇਬਰਤ ਦਾ ਨਿਸ਼ਾਨ ਬਣਾ ਕੇ ਦੱਸਣਾ ਚਾਹੀਦਾ ਕਿ ਜਿਹੜੇ ਕਰਪਟ, ਭ੍ਰਸ਼ਟ, ਮਾੜੇ ਲੀਡਰ ਲੋਕਾਂ ਦਾ ਪੈਸਾ ਆਪਣੀ ਸ਼ਾਨੋ ਸ਼ੌਕਤ ਤੇ ਖਰਾਬ ਕਰਦੇ ਆ,
ਉਹਨਾਂ ਦਾ ਅੰਜਾਮ ਔਰ ਉਹਨਾਂ ਦਾ ਹਾਲ ਇਨ ਦੀ ਐਂਡ ਫਿਰ ਕੀ ਹੁੰਦਾ ਹੈ, ਇਹ ਲੋਕਾਂ ਨੂੰ ਇਹਨਾਂ ਉੱਤੇ ਕਾਰਵਾਈ ਕਰਕੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ। ਤਾਂ ਜਾਣਕਾਰੀ ਸਾਂਝੀ ਕਰ ਲੈਂਦੇ ਆ। ਸਾਡੇ ਨਾਲ ਜ਼ਿਆਦਾ ਗੱਲਬਾਤ ਕਰਨ ਵਾਸਤੇ ਕਮਿਸ਼ਨਰ ਸਾਹਿਬ ਮੌਜੂਦ ਨੇ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਜੀ। ਸਰ, ਵੱਡਾ ਮਸਲਾ ਵਾ, ਜਿਸ ਤਰੀਕੇ ਨਾਲ ਖੂਬਸੂਰਤੀ ਵਧਾਉਣ ਵਾਸਤੇ ਪੈਰ ਪੈਰ ਦੇ ਉੱਤੇ ਕੁਝ ਉਪਰਾਲੇ ਕੀਤੇ ਜਾਂਦੇ ਨੇ, ਪਰ ਉਹਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ। ਮਜੀਠਾ ਰੋਡ ਤੇ ਅਸੀਂ ਚੈੱਕ ਕਰਕੇ ਆਏ, ਜਿਹੜੇ ਖਜੂਰਾਂ ਦੇ ਬੂਟੇ ਲਗਾਏ ਗਏ ਨੇ, ਇੱਕ ਤੇ ਜਿੱਥੇ ਲਗਾਏ ਗਏ ਨੇ ਉਹ ਜਗ੍ਹਾ ਹੈਗੀ ਨਹੀਂ ਉਨੀ ਕਿ ਜਿਹੜੀ ਉਹ ਜੜ ਸੰਭਾਲ ਸਕੇ, ਦੂਸਰਾ ਉਹਨੂੰ ਕਿਸੇ ਨੇ ਪਾਣੀ ਦਿੱਤਾ, ਉਹ ਸੜ ਕੇ ਸਵਾਹ ਹੋ ਚੁੱਕੇ ਨੇ, ਲੱਖਾਂ ਦੀ ਲਾਗਤ ਨਾਲ ਲੱਗੇ ਆ। ਇਹ ਕੀ ਮਸਲਾ? ਮੈਂ ਤੁਹਾਡੇ ਮਾਧਿਅਮ ਨਾਲ ਹੀ ਮੈਨੂੰ ਪਤਾ ਲੱਗਿਆ, ਮੀਡੀਆ ਰਿਪੋਰਟਸ ਤੋਂ ਹੀ ਪਤਾ ਲੱਗਿਆ ਕਿ ਇੱਕ ਕੋਈ ਸਾਡੇ ਜਿਹੜੇ ਕਾਰਪੋਰੇਸ਼ਨ ਵੱਲੋਂ ਕੋਈ ਬੂਟੇ ਲਗਾਏ ਗਏ ਸਨ, ਉਹਨਾਂ ਦੇ ਸਬੰਧ ਵਿੱਚ ਮਾਨਯੋਗ MLA ਨਾਰਥ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵੱਲੋਂ ਇੱਕ ਸ਼ਿਕਾਇਤ ਜਿਹੜੀ ਉਹ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਹੈ ਕਿ ਇਹਨਾਂ ਦੀ ਜਿਹੜੀ ਹੈ ਜਾਂਚ ਕੀਤੀ ਜਾਵੇ। ਸੋ ਇਹ ਮੈਨੂੰ ਹੁਣ ਪਤਾ ਲੱਗ ਗਿਆ ਹੈ ਤੇ ਮੈਂ ਆਪਣੇ ਜਿਹੜੇ ਸਟਾਫ ਹੈ ਸਾਡਾ SC ਹਾਰਟੀਕਲਚਰ, ਉਹਨਾਂ ਕੋਲੋਂ ਵੈਰੀਫਾਈ ਕਰਵਾ ਰਹੇ ਹਾਂ ਕਿ ਕਿੰਨੇ ਟੋਟਲ ਪਲਾਂਟਸ ਲੱਗੇ ਸੀ ਉਸ ਵੇਲੇ, ਕਿਹੜੀ ਸਕੀਮ 'ਚ ਲੱਗੇ ਸੀ, ਕਿੱਥੋਂ ਉਹਨਾਂ ਦੀ ਫੰਡਿੰਗ ਹੋਈ ਸੀ ਔਰ ਕਿਸ ਤਰੀਕੇ ਨਾਲ ਲਗਾਏ ਗਏ ਨੇ, ਉਹਨਾਂ ਦੀ ਕੈਜੂਅਲਟੀ ਕਿੰਨੀ ਹੈ, ਕਿਉਂਕਿ ਵਿੱਚੋਂ ਮੈਨੂੰ ਵੀ ਦਿਖਿਆ ਉਹਦੇ ਵਿੱਚੋਂ ਕਾਫੀ ਥਾਂ ਉੱਤੇ ਜਿਹੜੇ ਬੂਟੇ ਨੇ ਮਿਸਿੰਗ ਨੇ, ਸੋ ਔਰ ਜਾਂ ਡਿੱਗੇ ਹੋਏ ਨੇ ਉੱਥੇ। ਸੋ ਕੈਜੂਅਲਟੀ ਦੀ ਰਿਪੋਰਟ ਲੈ ਰਹੇ ਹਾਂ ਅਸੀਂ, ਔਰ ਉਸ ਕੈਜੂਅਲਟੀ ਦੀ ਰਿਪੋਰਟ ਦੇਖ ਕੇ ਜਿੰਨੀ ਕੁ ਪਰਮਿਸਿਬਲ, ਜੇ ਕੋਈ ਕਈ ਥਾਵਾਂ 'ਤੇ ਜਦੋਂ ਆਪਾਂ ਪਲਾਂਟੇਸ਼ਨ ਕਰਦੇ ਹਾਂ ਉਸ ਪਲਾਂਟੇਸ਼ਨ ਦੇ ਵਿੱਚ ਕੁਝ ਪਰਸੈਂਟੇਜ ਜਿਹੜੀ ਆ ਉਹ ਕੈਜੂਅਲਟੀ ਹੁੰਦੀ ਆ, ਕੀ ਇਹ ਕੈਜੂਅਲਟੀ ਵਿਦਨ ਪਰਮਿਸਿਬਲ ਲਿਮਿਟ ਹੈ ਜਾਂ ਜ਼ਿਆਦਾ ਕੈਜੂਅਲਟੀ ਹੈ। ਠੇਕੇਦਾਰ ਕੋਲੋਂ ਜੋ ਮੈਨੂੰ ਪਤਾ ਲੱਗਿਆ ਹੈ ਕਿ ਠੇਕੇਦਾਰ ਕੋਲੋਂ ਉਸ ਵੇਲੇ 1 ਟਾਈਮ ਪਲਾਂਟੇਸ਼ਨ ਕਰਵਾਈ ਗਈ, ਇਹਦੇ ਵਿੱਚ ਮੇਨਟੇਨੈਂਸ ਦਾ ਕੋਈ ਕੰਟਰੈਕਟ ਨਹੀਂ। ਕੰਪਨੀ ਸਰ ਜਿਹਨੂੰ ਠੇਕਾ ਦਿੱਤਾ ਗਿਆ? ਮੈਨੂੰ ਰਿਕਾਰਡ ਤੋਂ ਦੇਖਣਾ ਪਏਗਾ ਕਿਉਂਕਿ ਮੈਂ ਅਜੇ ਸਿਰਫ ਇਹੋ ਪਤਾ ਕੀਤਾ ਹੈ ਕਿ ਕਿਸ ਸਾਲ ਲੱਗੇ ਸੀ ਔਰ ਕਿਹੜੇ ਫੰਡਾਂ 'ਚ ਲਗਾਏ ਗਏ ਸੀ। NCAP ਦੇ ਫੰਡ ਸੀ, ਉਹਨਾਂ ਵਿੱਚੋਂ ਪਲਾਂਟੇਸ਼ਨ ਦੇ ਵਿੱਚ ਲਗਾਏ ਗਏ ਨੇ। ਸੋ ਇਹਦੇ ਵਿੱਚ ਅਸੀਂ ਇਹਦੀ ਇਨਕੁਆਇਰੀ ਕਰ ਲਾਂਗੇ, ਰਿਸਪੌਂਸਿਬਿਲਿਟੀ ਫਿਕਸ ਕਰਾਂਗੇ। ਜੇਕਰ ਕਿਸੇ ਕਰਮਚਾਰੀ ਅਧਿਕਾਰੀ ਦੀ ਇਹਦੇ ਵਿੱਚ ਜਿਹੜੀ ਹੈਗੀ ਆ ਸ਼ਮੂਲੀਅਤ ਹੋਏਗੀ ਕਿ ਇਹਦੇ ਵਿੱਚ ਕੋਈ ਗਲਤ ਉਹਨੇ ਕੀਤਾ ਬਿਨਾਂ ਟੈਂਡਰਿੰਗ ਤੋਂ ਜਾਂ ਕੁਝ ਕੀਤਾ ਹੋਵੇ, ਪਲੱਸ ਇਹਦੇ ਵਿੱਚ ਇਹ ਵੀ ਹੈ ਥੋੜ੍ਹਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਕਈ ਬੂਟੇ ਆ ਉਹ ਨੋ ਡਾਊਟ ਵੇਖਣ ਨੂੰ ਸੋਹਣੇ ਲੱਗਦੇ ਨੇ, ਪਰ ਉਹ ਕਲਾਈਮੈਟਿਕਲੀ ਸਾਡੀ ਕੰਡੀਸ਼ਨ ਨੂੰ ਸੂਟ ਨਹੀਂ ਕਰਦੇ। ਪਰ ਉਹ ਦੇਖ ਲਿਆ ਜਾਵੇਗਾ ਵੀ ਅੰਮ੍ਰਿਤਸਰ ਦੇ ਵਿੱਚ ਜਿਵੇਂ ਹੋਰ ਥਾਵਾਂ ਉੱਤੇ ਕਈ ਥਾਵਾਂ ਉੱਤੇ ਖਜੂਰ ਦੇ ਟਰੀਜ਼ ਲੱਗੇ ਹੋਏ ਨੇ, ਉੱਥੇ ਉਹਨਾਂ ਦੀ ਜਿਹੜੀ ਸਸਟੇਨੇਬਿਲਿਟੀ ਆ ਜਾਂ ਉਹਨਾਂ ਦੀ ਵਾਇਬਿਲਿਟੀ ਕਿੰਨੀ ਆ, ਉਹ ਸਾਰਾ ਕੁਝ ਦੇਖ ਕੇ ਅਸੀਂ ਇਹਦੀ ਪ੍ਰੋਪਰ ਇਨਕੁਆਇਰੀ ਕਰਾਵਾਂਗੇ ਔਰ ਜੋ ਵੀ ਬੰਦਾ ਸਾਡਾ ਦੋਸ਼ੀ ਨਿਕਲਿਆ ਤੇ ਕਾਰਵਾਈ ਕੀਤੀ ਜਾਵੇਗੀ। ਸਰ, ਜ਼ਿਆਦਾਤਰ ਕਾਫੀ ਏਰੀਆ ਨੇ, 4-5 ਏਰੀਆ ਹੈਗੇ ਜਿੱਥੇ ਇਹ ਬੂਟੇ ਲਗਾਏ ਗਏ ਨੇ, ਪਰ ਮੇਨ ਬੂਟੇ ਲੱਗੇ ਨੇ ਮਜੀਠਾ ਰੋਡ ਉੱਤੇ, ਜਿੱਥੇ ਬੀਤੀ ਸਰਕਾਰ ਦੇ ਵਿੱਚ ਜਿਹੜੇ ਮੇਅਰ ਨੇ ਕਰਮਜੀਤ ਸਿੰਘ ਜਿੰਟੂ, ਉੱਥੋਂ ਰੋਜ਼ ਹੀ ਆਣਾ ਤੇ ਰੋਜ਼ ਹੀ ਜਾਣਾ, ਤਾਂ ਉਸ ਜਗ੍ਹਾ ਦੇ ਉੱਤੇ ਬੂਟੇ ਜਿਹੜੇ ਸੜ ਕੇ ਬਿਲਕੁਲ ਸੁਆਹ ਹੋ ਗਏ, ਯਾਨੀ ਕਿ ਮਰ ਚੁੱਕੇ ਨੇ ਬੂਟੇ। ਉਹ ਹੁਣ ਤੁਸੀਂ ਪਾਣੀ ਵੀ ਦਿਓਗੇ ਤੇ ਮੇਰੇ ਹਿਸਾਬ ਨਾਲ ਨਹੀਂ ਜਾਗਣਗੇ, ਜਿਸ ਤਰੀਕੇ ਨਾਲ ਹਾਲਾਤ ਬਣ ਚੁੱਕੇ ਆ। ਤਾਂ ਕੀ ਉਹ ਮੇਅਰ ਸਾਹਿਬ ਨੂੰ ਨਹੀਂ ਪਤਾ ਲੱਗਾ? ਦੇਖੋ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ। ਮੈਂ ਖੁਦ ਵੀ ਇੱਥੋਂ ਲੰਘਦਾ ਵਾਂ ਕਈ ਵਾਰੀ, ਮੈਂ ਵੇਖੀ ਉਹਦੇ ਵਿੱਚ ਕੈਜੂਅਲਟੀ ਹੈਗੀਆਂ ਨੇ। ਤੇ ਕਿਉਂਕਿ ਕੰਟਰੈਕਟ ਦੇ ਵਿੱਚ ਜੋ ਮੈਨੂੰ ਦੱਸਿਆ ਗਿਆ, ਕੰਟਰੈਕਟ ਦੇ ਵਿੱਚ ਪਲਾਂਟੇਸ਼ਨ ਹੈਗੀ ਸੀ, ਉਸ ਤੋਂ ਬਾਅਦ ਮੇਨਟੇਨੈਂਸ ਜਿਹੜਾ ਕੰਮ ਉਹ ਇੰਪਰੂਵ ਆਪਣਾ ਕਾਰਪੋਰੇਸ਼ਨ ਵੱਲੋਂ ਆਪ ਕੀਤਾ ਜਾਣਾ ਸੀ। ਸੋ ਜੇ ਇਹਦੇ ਵਿੱਚ ਕੋਈ ਢਿੱਲ ਮੁੱਠ ਵਰਤੀ ਗਈ ਹੈ, ਕਿਸੇ ਵੱਲੋਂ ਕੁਤਾਹੀ ਕੀਤੀ ਗਈ, ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ। ਕਿੰਨੇ ਕੁ ਲੱਖਾਂ ਦਾ ਨੁਕਸਾਨ ਹੋਇਆ ਹੋਵੇਗਾ? ਇਹ ਅਸੈਸਮੈਂਟ ਕਰ ਰਹੇ ਹਾਂ ਜੀ। ਮੈਨੂੰ ਜੋ ਦੱਸਿਆ ਗਿਆ ਕਿ 10 ਤੋਂ 12% ਦੇ ਲਾਗੇ ਛਾਗੇ ਕੈਜੂਅਲਟੀ ਹੈਗੀ ਆ। ਟਰੀਜ਼ ਜਿਹੜੇ ਟੋਟਲ ਜਿਹੜੇ ਲੱਗੇ ਉਹਨਾਂ ਵਿੱਚੋਂ 10 ਤੋਂ 12% ਟਰੀਜ਼ ਜਿਹੜੇ ਨੇ ਉਹਨਾਂ ਦੀ ਉਹ ਰਿਪਲੇਸ ਹੋ ਗਿਆ, ਮਤਲਬ ਉਹ ਡਿੱਗੇ ਨੇ ਜਾਂ ਉਹ ਮੁਰਝਾ ਗਏ ਨੇ। ਸੋ ਅਸੈਸਮੈਂਟ ਕਰ ਰਹੇ ਹਾਂ ਅਸੀਂ। ਸਰ, ਕੋਈ ਅਮਲ 'ਚ ਲਿਆਂਦੀ ਜਾਏਗੀ ਤੁਹਾਡੇ ਵੱਲੋਂ, ਵਿਜੀਲੈਂਸ ਵੱਲੋਂ ਤੇ ਸ਼ੁਰੂ ਕਰ ਦਿੱਤੀ, ਕਿ ਤੁਹਾਡੇ ਵੱਲੋਂ ਕਿਹੜੀ ਕਾਰਵਾਈ? ਅਸੀਂ ਆਪਣੀ ਇੰਟਰਨਲ ਇਨਕੁਆਇਰੀ ਜਿਹੜੀ ਆ ਉਹ ਵਿਦਨ 2 ਵੀਕਸ ਇਹਨੂੰ ਖਤਮ ਕਰ ਦਾਂਗੇ, ਕਰਕੇ ਜਿਹੜੀ ਵੀ ਅਸੈਸਮੈਂਟ ਹੈਗੀ ਇਹਦਾ ਰਿਸਪੌਂਸਿਬਿਲਿਟੀ ਫਿਕਸ ਕਰ ਲਾਂਗੇ ਔਰ ਜੋ ਵੀ ਅਸੈਸਮੈਂਟ ਕੀਤੀ ਗਈ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੋ ਬਹੁਤ ਬਹੁਤ ਧੰਨਵਾਦ, ਗੱਲਬਾਤ ਸਾਂਝੀ ਕੀਤੀ ਹੈ। ਤਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਨੁਕਸਾਨ ਲੋਕਾਂ ਦਾ ਹੁੰਦਾ ਪਿਆ, ਯਾਨੀ ਕਿ ਇਹ ਜਿਹੜੇ ਅਸੀਂ ਬੂਟੇ ਲਗਾ ਲਓ, ਸੜਕਾਂ ਲਗਾ ਲਓ, ਫੁੱਟਪਾਥ ਲਗਾ ਲਓ, ਇਹ ਸਾਰੇ ਲੋਕਾਂ ਦੀ ਜੇਬਾਂ ਦੇ ਵਿੱਚੋਂ ਲੱਗਦੇ ਨੇ। ਲੋਕਾਂ ਦਾ ਜਦੋਂ ਜੇਬਾਂ ਦਾ ਨੁਕਸਾਨ ਹੁੰਦਾ ਤਾਂ ਲੋਕਾਂ ਨੂੰ ਚੁੱਭਦਾ। ਤਾਂ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਜਾਂਚ ਕਰਾਂਗਾ, ਜਿਹੜਾ ਦੋਸ਼ੀ ਹੋਏਗਾ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ। ਦੇਖਦੇ ਹਾਂ ਕਿ ਕਾਰਵਾਈ ਕਦੋਂ ਤੱਕ ਅਮਲ 'ਚ ਲਿਆਂਦੀ ਜਾਂਦੀ ਹੈ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।